बिस्मिल्लाहिर्रहमानिर्रहीम अस्सलाम वालेकुम। वेलकम टू द फार्मिंग टिप्स में शाहिद अली अवान की जानिब से खुश आमदीद। मोअज़्ज़ज़ नाज़रीन, आज आपको एक बड़े ज़बरदस्त डेयरी फार्म पर लेके आए हैं। फार्म की खसूसियात में ये चीज़ें जो नुमायाँ हैं वो मैं बता देता हूँ। इन्होंने फार्म को मुकम्मल तौर पर सोलर पैनल्स पर रखा हुआ है। मशीन तक, यहाँ तक कि पानी की मोटर भी, सारा सिस्टम ये सोलर पैनल पे चलाते हैं। इसके अलावा इनके पास जानवर अच्छे हैं, इनके चारे का इंतज़ाम भी अच्छा है और ये फार्म मुनाफा बख्श है। तो हम इनसे इनके फार्म के मुनाफा बख्श होने की वजूहत जानेंगे और इनसे डेयरी फार्मिंग के मतलब बुनियादी हक़ाइक़ जानने की कोशिश करेंगे। अगर आप ये सारी मालूमात अच्छे तरीके से समझना चाहते हैं तो वीडियो को शुरू से लेकर आखिर तक देखिएगा, इंशाअल्लाह फ़ायदा ज़रूर होगा। अगर वीडियो अच्छी लगे तो इसको लाइक, कमेंट और शेयर करना मत भूलिए। और अगर आप आइंदा भी ऐसी मज़ीद मालूमाती वीडियोस देखते रहना चाहते हैं तो चैनल को सब्सक्राइब करके बेल आइकन दबा दें ताकि हर नई बनने वाली वीडियो की इत्तला आप तक बर वक्त पहुंच सके। तो चलें प्रॉपरली शुरू करते हैं। अस्सलाम वालेकुम। वालेकुम सलाम। की हाल चाल है चाचा जी? ठीक ठाक, शुक्र। चाचा की ना अपना? सलीम। चाचा सलीम, मज्जां दे काम च किदों दे बड़े हो? तकरीबन बचपन तो ही। बचपन तो ही? हाँ जी। माशाल्लाह। ते इस टाइम किन्ने के जानवर रखे ने? जानवर है 35। मज्जां कलियां या विच होर भी ने? नहीं, मज्जा ही नहीं। 35 मज्जां ते गावां किन्नियां? गावां 3। 38 हो गए। हाँ जी। बच्चे किन्ने? बच्चे 12। 12 50 जानवरां दा डेयरी फार्म है, जबरदस्त। हाँ जी। अच्छा चाचा, तुहाड़ियां मज्जां इस टाइम की खा रही ने, की खिलांदे पिलांदे इन्हां नूं? ਹੁਣ ਸਟਾਲਾ ਹੀ ਦੇਤੇ ਪਰਾਲੀ 2 ਸ਼ੈਮ। विच सरसों ही नजर आंदी भी? हाँ जी। सरसों स्टाला ते पराली हाँ जी। ठीक है खाजा? हाँ जी। सरसों ਦਾ ਕੋਈ ਨੁਕਸਾਨ ਤੇ ਨਹੀਂ ਹੁੰਦਾ? ਨਹੀਂ, ਨੁਕਸਾਨ ਹੁੰਦਾ ਜੀ, ਉਹ ਨਾਲ ਵੰਡਾ ਨਾ ਪਾਓ ਤੇ। ਅੱਛਾ, ਵੰਡਾ ਪਾਓ ਤੇ ਫਿਰ ਠੀਕ। ਬੈਲੈਂਸ ਹੋ ਜਾਂਦਾ ਹੈ। हाँ जी। ਇਹਦਾ ਫਾਇਦਾ ਕੀ ਹੁੰਦਾ ਸਰਸੋਂ ਦਾ? ਸਟਾਲਾ ਕੱਲਾ ਕਿਉਂ ਨਹੀਂ? ਸਰਸੋਂ ਦਾ ਇਹ ਵੀ ਉਧਰ ਪੱਠੇ ਜਲਦੀ ਤਿਆਰ ਹੋ ਜਾਂਦੇ ਨੇ। ਹਾਂ, ਯਾਨੀ ਆਮ ਤੌਰ ਤੇ ਹਰਾ ਸਟਾਲਾ ਤਿਆਰ ਹੁੰਦਿਆਂ ਟਾਈਮ ਲੱਗ ਜਾਂਦਾ, ਮੱਛਰ ਖਾ ਜਾਂਦਾ ਹੈ, ਹਾਂਜੀ। ਜਦਕਿ ਸਰਸੋਂ ਹੋਏ ਤੇ ਰਲ ਮਿਲ ਕੇ ਤਿਆਰ ਹੋ ਜਾਂਦਾ ਹੈ। ਤਿਆਰ ਹੋ ਜਾਂਦੇ। ਪਲੱਸ ਪਰਾਲੀ ਦੀ ਖੁਸ਼ਕੀ ਨੂੰ ਵੀ ਬੈਲੈਂਸ ਕਰ ਸਕਦੀ। हाँ जी। ਪਰਾਲੀ ਦੀ ਖੁਸ਼ਕੀ ਹੁੰਦੀ ਨਾ, ਉਹਦੇ ਨਾਲ ਵਿੱਚ ਸਰਸੋਂ ਹੋਏ ਤੇ ਕੰਮ ਠੀਕ ਰਹਿ ਜਾਂਦਾ। बैलेंस हो ਜਾਂਦਾ। ਜ਼ਬਰਦਸਤ। ਅੱਛਾ ਚਾਚਾ, ਤੁਸੀਂ ਇਹਨਾਂ ਦੀ ਰੂਟੀਨ ਕੀ ਰੱਖੀ ਸਵੇਰ ਤੋਂ ਲੈ ਕੇ ਸ਼ਾਮ ਤੱਕ? ਕਿਸ ਵੇਲੇ ਇਹਨਾਂ ਨੂੰ ਧਾਰ ਕੱਢਦੇ ਹੋ, ਕਿਸ ਵੇਲੇ ਪਾਣੀ ਪਿਲਾਉਂਦੇ ਹੋ, ਕਿਸ ਵੇਲੇ ਪਿਛਾਂ ਬੰਨ੍ਹਦੇ ਹੋ, ਕਿਸ ਵੇਲੇ ਪੱਠੇ ਪਾਉਂਦੇ ਹੋ? ਪੂਰੇ ਦਿਨ ਦੀ ਰੂਟੀਨ, ਸਵੇਰ ਕਿੰਨੇ ਵਜੇ ਉੱਠਦੇ ਹੋ ਔਰ ਸੌਂਦੇ ਕਿੰਨੇ ਵਜੇ ਹੋ, ਕਿਸ ਟਾਈਮ ਕੀ ਕਰਦੇ? ਸੁਬਹ 4 ਵਜੇ। ਠੀਕ ਹੈ। 4 ਵਜੇ ਉੱਠ ਕੇ ਇਹਨਾਂ ਨੂੰ ਪਾੜੇ ਪਾਣੇ ਨੇ ਪਾ ਕੇ ਤੇ ਧਾਰਾਂ ਕੱਢਣੀਆਂ ਨੇ। ਠੀਕ ਹੈ। ਫਿਰ ਉਹ ਪਾੜੇ 8 ਵਜੇ ਤੱਕ ਉਹ ਜਿਹੜਾ ਚਾਰਾ ਪਾਇਆ ਹੁੰਦਾ ਉਹ ਖਾ ਲੈਂਦੇ ਨੇ। ਫਿਰ ਉਸ ਤੋਂ ਬਾਅਦ ਜਿਹੜਾ ਉਹ ਇਹਨਾਂ ਨੂੰ ਪਾਣੀ ਪਿਲਾਉਣਾ, ਫਿਰ ਪਿੱਛੇ ਬੰਨਣਾ, ਫਿਰ ਹੁਣ ਤਕਰੀਬਨ ਇਹ ਹੁਣ ਫਿਰ ਇਹਨਾਂ ਨੂੰ ਪਾ ਦਿੱਤੇ ਨੇ। ਹੁਣ ਫਿਰ ਇਹਨਾਂ ਨੂੰ 3 ਵਜੇ ਫਿਰ ਪਾਣੀ ਪਿਲਾਉਣਾ ਤੇ 4 ਵਜੇ ਚੁਆਈ ਫਿਰ ਸ਼ੁਰੂ। ਜ਼ਿੰਦਾਬਾਦ। ਤੇ ਫਿਰ ਉਸ ਤੋਂ ਬਾਅਦ ਫ੍ਰੀ? ਉਸ ਤੋਂ ਬਾਅਦ ਇਹਨਾਂ ਨੂੰ ਫਿਰ ਜਿੱਥੇ ਜਿੱਥੇ ਬੰਨਣਾ ਅੰਦਰ ਬੰਨ ਦਿਓ, ਬਾਹਰ ਬੰਨ ਦਿਓ। ਠੀਕ ਹੈ। ਤੇ ਦੁਪਹਿਰ ਦੇ ਟਾਈਮ ਕਿੰਨੇ ਘੰਟੇ ਬ੍ਰੇਕ ਮਿਲਦੀ ਹੈ? ਤਕਰੀਬਨ ਕੋ 2-2.5 ਘੰਟੇ। ਪਹਾੜਿਆਂ ਵਿੱਚ ਕੀ ਪਾਉਂਦੇ ਹੋ? ਪਹਾੜੇ 'ਚ ਖੁਸ਼ਕ ਚਾਰਾ ਹੁੰਦਾ ਜੇ ਉੱਤੇ ਵੰਡਾ। ਵੰਡਾ ਕਿੰਨਾ ਫੀ ਜਾਨਵਰ? ਫੀ ਜਾਨਵਰ ਤਕਰੀਬਨ ਕੋ 2.5-3 ਕਿਲੋ। ਤੇ ਉਹਦੇ ਵਿੱਚ ਹੁੰਦਾ ਕੀ ਕੁਛ? ਇਹ ਜਿਹੜਾ ਬਾਜ਼ਾਰੀ ਵੰਡਾ ਨਹੀਂ, ਹਾਂ, ਉਹ। ਤੋੜਿਆਂ ਵਾਲਾ? ਹਾਂਜੀ। ਠੀਕ ਹੈ, ਉਹ ਪਾ ਛੱਡ ਦਿਓ। ਹਾਂ। ਤੇ 2.5-3 ਕਿਲੋ ਇੱਕ ਟਾਈਮ ਤੇ 2.5-3 ਕਿਲੋ ਦੂਸਰਾ ਟਾਈਮ? ਹਾਂਜੀ। ਯਾਨੀ 5 ਤੋਂ 6 ਕਿਲੋ ਜਾਨਵਰ ਨੂੰ ਆ ਜਾਂਦਾ ਹੈ। ਹਾਂਜੀ। ਉਸ ਤੋਂ ਇਲਾਵਾ ਹਰਾ ਵੀ ਪੈਂਦਾ ਹੈ, ਹਰਾ ਵੰਡਾ ਵੀ ਪੈਂਦਾ, ਤੂੜੀ ਵੀ ਪੈਂਦੀ ਹੈ। ਤਾਂ ਹੀ ਇਹ ਹਰਿਆਲੀ ਜੇ ਡੰਗਰਾਂ ਤੇ ਨੇ ਤੇ ਜ਼ਬਰਦਸਤ। ਨਹੀਂ ਤੇ ਉਸ ਤਰ੍ਹਾਂ ਦੇ ਜੇ ਨਿਰੀ ਪਰਾਲੀ ਹੋਵੇ ਤੇ ਉਹ ਤੇ ਖੁਸ਼ਕ ਹੋ ਜਾਂਦਾ। ਡੰਗਰ ਉਂਝ ਹੱਡੀਆਂ ਕੱਢ ਦਿੰਦੇ। ਠੀਕ ਹੋ ਗਿਆ। ਤੇ ਖਰਚਾ ਫਿਰ ਕਿੰਨਾ ਕੁ ਆ ਜਾਂਦਾ ਹੋਏਗਾ ਇਹਨੇ ਜਾਨਵਰਾਂ ਦੇ ਰੋਜ਼ਾਨਾ ਦਾ? ਖਰਚਾ ਕਦੇ ਐਡਾ ਬੈਲੈਂਸ ਨਹੀਂ ਕੀਤਾ, ਜਿਹੜਾ ਬਾਹਰੋਂ ਹੀ ਲਿਆਈ ਉਹ ਹੀ। ਚਲੋ ਤੁਸੀਂ ਮਿਕਦਾਰ ਦੱਸੀ ਛੜੀ ਨਾ, ਕੋਈ ਆਪੇ ਹੀ ਬਣਾ ਲੈ। ਆ ਦੂਸਰਾ ਚਾਰਾ ਤੇ ਆਪਣਾ ਹੀ ਬੀਜੀ ਦਾ ਇਹ। ਠੀਕ ਹੈ। ਇਸ ਟਾਈਮ ਹਰਾ ਕਿੰਨੇ ਕੁ ਮਰਲੇ ਪਾ ਰਹੇ ਹੋ ਰੋਜ਼ਾਨਾ ਦਾ? ਤਕਰੀਬਨ 1 ਕਨਾਲ। ਇੱਕ ਨਾਲ ਰੋਜ਼ਾਨਾ ਇਸਤੇਮਾਲ ਹੋ ਜਾਂਦੀ? ਹਾਂਜੀ। ਠੀਕ ਹੈ। ਅੱਛਾ ਚਾਚਾ, ਇਹ ਦੱਸੋ ਕਿ ਇਹਨਾਂ ਨੂੰ ਸੰਭਾਲਣ ਤੇ ਤੁਸੀਂ ਕਿੰਨੇ ਬੰਦੇ ਲੱਗੇ ਹੋ? 5 ਬੰਦੇ। 5 ਬੰਦੇ? 5 ਬੰਦੇ 50 ਜਾਨਵਰ ਸੰਭਾਲਦੇ ਨੇ ਪਏ? ਹਾਂਜੀ। ਇਹ 5 ਬੰਦਿਆਂ ਦੇ ਕੰਮ ਸਿਰਫ ਇਹੋ ਹੀ ਜਾਨਵਰ ਸੰਭਾਲਣਾ ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਕੰਮ ਰੱਖਿਆ ਨਹੀਂ, ਹੈ? ਇਸ ਤੋਂ ਇਲਾਵਾ ਕੋਈ। ਉਹ ਤੁਹਾਡਾ ਪਰਾ ਮੱਛੀ ਘਰ ਹੈ, ਉਹ ਵੱਖਰੇ ਬੰਦੇ ਸੰਭਾਲਦੇ ਨੇ? ਆਹੋ ਲੈਦਾ। ਉਹ ਲੈਦਾ? ਮੁਰਗੀਆਂ ਲੈਦਾ? ਹਾਂਜੀ। ਸਿਰਫ ਮੱਝਾਂ ਤੇ 5 ਬੰਦੇ? ਹਾਂਜੀ। ਇਹ ਬਹੁਤੇ ਨਹੀਂ? ਨਹੀਂ, ਇੰਨਾ ਹੀ। ਇੰਨਾ ਮਥਾ ਕਰਕੇ ਕਰਦੇ ਨੇ? ਇੰਨਾ ਹੀ ਹੁੰਦਾ। ਠੀਕ ਜੇ ਤੇ ਕੇਅਰ ਕਰੋ ਤੇ ਇੰਨਾ ਹੀ ਹੈ, ਜੇ ਤੇ ਨਾ ਕਰੋ ਤੇ ਭਾਵੇਂ ਇੱਕ ਇਕੱਲਾ ਬੰਦਾ 50 ਰੱਖ ਛੱਡੇ। ਅੱਛਾ।
जिंदाबाद। ਜਿਹੜੀ ਸ਼ੈ ਨੂੰ ਤੁਸੀਂ ਕੇਅਰ ਹੀ ਨਹੀਂ ਕਰਨੀ ਉਹਦਾ ਤੇ ਮਕਸਦ ਹੀ ਕੋਈ ਨਹੀਂ ਰੱਖਣ ਦਾ। यानी संभाल करो तो फिर ਸੰਭਾਲ ਕਰੋ ਤਾਂ ਫੇਰ ਹੀ ਇਹ ਕੋਈ ਨਹੀਂ ਇਹਨਾਂ 'ਚ ਕੁਝ ਮਿਲਦਾ ਉਹ ਉਸ ਤਰ੍ਹਾਂ। ठीक है। अच्छा तो तुसी मतलब कि संभाल करके माशाल्लाह ऐसे चलो सुन लो। अच्छा चाचा ਇਹ ਤੇ ਤੁਸੀਂ ਦੱਸਿਆ ਨਾ ਵੀ ਇੰਨੇ ਜਾਨਵਰ ਬੰਦੇ ਸੰਭਾਲਦੇ ਨੇ, ਇੰਨੇ ਪੱਠੇ ਪਾਉਂਦੇ ਨੇ, ਇਹਨਾਂ 'ਚ ਤੁਹਾਨੂੰ ਦੁੱਧ ਕਿੰਨਾ ਕੁ ਮਿਲ ਜਾਂਦਾ ਇਹਨਾਂ ਜਾਨਵਰਾਂ 'ਚੋਂ? ਦੁੱਧ ਤਕਰੀਬਨ ਕੋਈ 3 ਮਣ ਇੱਕ ਟਾਈਮ ਦਾ। 6 ਮਣ ਦੁਕਾਨਾਂ ਦਾ ਹੋ ਗਿਆ। ਹਾਂਜੀ। ਸੂਈਆਂ ਕਿੰਨੀਆਂ ਮੱਝਾਂ ਨੇ? ਸੂਈਆਂ ਕੋ 20 ਕੋ ਦਿੰਦੀਆਂ ਨੇ, ਕੋ ਵਿੱਚ ਇਸ ਤਰ੍ਹਾਂ ਹੀ ਕੋ ਸੂਣ ਕੁਛ ਲੇਟ ਨੇ ਕੁਛ ਤਾਜ਼ੀਆਂ ਨੇ। ਹਾਂਜੀ। ਅੱਛਾ ਜਿਹੜੀ ਤਾਜ਼ੀ ਹੈ ਤੇ ਹਾਈਐਸਟ ਦੁੱਧ ਕਿੰਨਾ ਮਿਲ ਜਾਂਦਾ ਰੋਜ਼ਾਨਾ ਦਾ? ਉਹ ਤਕਰੀਬਨ ਕੋ 12 ਕਿਲੋ ਦਾ। ਸਵੇਰ ਸ਼ਾਮ ਦਾ? ਹਾਂਜੀ। ਇਸ ਤੋਂ ਇਲਾਵਾ ਤੁਹਾਡੀ ਮੱਝਾਂ ਜਿਹੜੀ ਸਭ ਤੋਂ ਅੱਛਾ ਦੁੱਧ ਦਿੰਦੀ ਸਟਾਲੇ ਦੇ ਬਾਹਰ ਚ, ਉਹ ਕਿੰਨਾ ਦੁੱਧ ਦਿੰਦੀ ਰੋਜ਼ਾਨਾ ਦਾ? ਇਹਨਾਂ 6 6.5 ਕਿਲੋ। ਇੱਥੇ ਹੀ ਬੜਾ 7 ਕਿਲੋ। ਇਸ ਤੋਂ ਉੱਤੇ ਕ੍ਰਾਸ ਨਹੀਂ ਕਰਦੇ? ਨਹੀਂ 7 ਕਿਲੋ ਟੁੱਟੇ ਨਹੀਂ ਇੱਕ ਟਾਈਮ ਦਾ। ਠੀਕ ਹੈ। ਖੁਦਾ ਨਾ ਹਾਸਤਾ ਸਾਲ ਦੇ ਵਿੱਚ ਕਦੀ ਕੋਈ ਮੱਝ ਮਰੀ ਵੀ? ਨਹੀਂ ਹੋਇਆ ਤਾਂ ਨਹੀਂ। ਚਲੋ ਉਂਝ ਕੋਈ ਨੇਕ ਨੂੰ ਆਉਂਦਾ ਤੇ ਉਹ ਦਵਾਈ ਸ਼ਵਾਈ ਉਹਨਾਂ ਨੂੰ ਟਾਈਮ ਨਾਲ ਸ਼ੁਕਰ ਅੱਲਾਹ ਦਾ, ਯਾਨੀ ਸ਼ਰਮਾਤ ਘੱਟ ਹੈ। ਜਦੋਂ ਪੱਠੇ ਖਾਣੇ 'ਚ ਜ਼ਰਾ ਕੋ ਡੰਗਰ ਛੱਡਦਾ ਹੈ ਨਾ ਤਾਂ ਉਸੇ ਵੇਲੇ ਉਹਨਾਂ ਨੂੰ ਇੰਜੈਕਸ਼ਨ ਦਵਾਈ ਸ਼ਵਾਈ ਉਹ ਮਸਲ ਕਰ ਦੇਈਦੀ ਹੈ। ਆਪ ਹੀ ਕਰਦੇ ਹੋ ਕਿ ਡਾਕਟਰ ਨੂੰ ਬੁਲਾਉਂਦੇ ਹੋ? ਡਾਕਟਰ ਨੂੰ ਬੁਲਾਈਦਾ। ਹੁਣ ਤੇ ਸਾਨੂੰ ਆਪ ਹੀ ਸਾਰਾ ਪਤਾ ਹੈ ਸ਼ਰਬਤਾਂ ਦਾ, ਕਿਹੜਾ ਮਸਲ ਸ਼ਰਬਤ ਕਿਹੜਾ ਇੰਜੈਕਸ਼ਨ ਦੇਣਾ ਹੈ। ਦੱਸੋ ਹਾਂ ਕਿਹੜੇ ਮਸਲਿਆਂ ਦੇ ਕਿਹੜੇ ਸ਼ਰਬਤ ਤੇ ਕਿਹੜੇ ਇੰਜੈਕਸ਼ਨ ਦੇਈਦੇ ਨੇ? ਇਹ ਜ਼ਿਆਦਾ ਟੈਰਾਵਾਈਸਿਨ ਇੰਜੈਕਸ਼ਨ ਹੈ, ਉਹ ਜ਼ਿਆਦਾ ਡੰਗਰ ਖਲੋਏ ਤੇ ਉਹ ਹੀ ਲਾ ਦਿੰਦੇ ਆ। ਠੀਕ ਹੈ। ਉਹ ਪੱਠੇ ਖਾਣਾ ਫਿਰ ਸ਼ੁਰੂ ਹੋ ਜਾਂਦੇ ਨੇ। ਠੀਕ ਹੈ। ਬਿਮਾਰੀ ਨੂੰ ਜ਼ਿਆਦਾ ਵਧਣ ਨਹੀਂ ਨਾ ਦੇਈਦਾ, ਠੀਕ ਹੈ। ਕਿਉਂਕਿ ਜੇ ਡੰਗਰ ਰੱਖ ਕੇ ਤੁਸੀਂ ਉਹਦੇ ਵੱਲ ਤਵੱਜੋ ਨਹੀਂ, ਉਹਨੂੰ ਵੇਖਣਾ ਨਹੀਂ ਤੇ ਤੁਹਾਨੂੰ ਕਾਰੋਬਾਰ ਕਰਨਾ ਨਹੀਂ ਚਾਹੀਦਾ। ਜ਼ਿੰਦਾਬਾਦ। ਹਾਂ। ਅੱਛਾ ਤੁਸੀਂ ਮੱਝਾਂ ਨੂੰ ਰੱਸੇ ਪਾਏ ਨੇ, ਹਾਂਜੀ। ਇਹ ਮੱਝਾਂ ਇੱਕ ਦੂਸਰੇ ਦੇ ਸਿੰਗਾਂ 'ਚ ਰੱਸੇ ਫਸਾ ਕੇ ਤੰਗ ਨਹੀਂ ਕਰਦੀਆਂ ਇੱਕ ਦੂਸਰੇ ਨੂੰ? ਨਹੀਂ ਉਦੋਂ ਹੀ ਕਰਦੀਆਂ ਨੇ ਜਦੋਂ ਮਤਲਬ ਚਾਰਾ ਖਤਮ ਹੁੰਦਾ ਹੈ, ਉਦੋਂ ਫਿਰ ਵਿੱਚੋਂ ਕੁਝ ਪਿਛਾਂ ਕਰ ਦਿੰਦੀਆਂ ਨੇ। ਠੀਕ ਹੋ ਗਿਆ। ਇੰਨੇ ਡੰਗਰਾਂ ਵਾਸਤੇ ਤੁਸੀਂ ਸਾਲ ਪੂਰੇ 'ਚ ਕਿੰਨਾ ਹਰਾ ਬੀਜਦੇ ਹੋ? ਤਕਰੀਬਨ ਹੁਣ 10-12 ਕਿੱਲੇ ਸਟਾਲਾ। 10-12 ਕਿੱਲੇ ਸਟਾਲਾ ਤੇ ਚਰੀ ਦੀ ਬਾਹਰ 'ਚ ਕਿੰਨੀ? ਉਹ ਵੀ ਇਹ ਨਹੀਂ ਹੈ। ਉਹ ਵੀ ਨਹੀਂ। ਤੇ ਤੂੜੀ ਕਿੰਨੀ ਸਟਾਕ ਕਰਦੇ ਹੋ? ਤੂੜੀ ਕੋਈ ਤਕਰੀਬਨ 250-300 ਮਣ ਗੱਠ। 250-300 ਗੱਠ 20 ਕਿਲੋ ਦੀ ਗੱਠ ਹੁੰਦੀ? ਕੋਈ 20 ਦੀ, ਕੋਈ 25 ਦੀ, ਕੋਈ 30-35 ਕਿਲੋ ਤੱਕ। ਠੀਕ ਹੋ ਗਿਆ। ਤੇ ਪਰਾਲੀ ਕਿੰਨੀ ਇਕੱਠੀ ਕਰਦੇ ਹੋ ਕਿੰਨੇ ਕਿੱਲਿਆਂ ਦੀ? ਪਰਾਲੀ ਤਕਰੀਬਨ ਕੋਈ 40 ਕਿੱਲੇ। ਇਹ ਸਾਰੇ ਸਾਲ ਦੇ ਇੰਤਜ਼ਾਮ? ਹਾਂਜੀ। ਤੇ ਇਹਨਾਂ ਨੂੰ ਸਰਦੀ ਬਾਰਿਸ਼ 'ਚ ਡੱਕਦੇ ਕਿੱਥੇ ਹੋ? ਇਹ ਸਾਹਮਣੇ। ਕਿਆ ਢਾਰਿਆਂ 'ਚ? ਹਾਂਜੀ। ਕਿੰਨੇ ਸਾਈਜ਼ ਦੇ ਢਾਰੇ ਨੇ? ਪੂਰੇ ਆ ਜਾਂਦੇ ਨੇ ਇੱਥੇ ਆਰਾਮ ਨਾਲ? ਹਾਂਜੀ ਬਿਲਕੁਲ। ਕਿਸ ਸਾਈਜ਼ ਦੇ ਢਾਰੇ ਨੇ ਕੋਈ ਪਤਾ ਹੈ? ਇਹਨਾਂ ਦੀ ਲੰਬਾਈ ਚੜਾਈ ਹੈ 24 ਫੁੱਟ ਚੜਾਈ ਹੋਣੀ। ਅੱਛਾ। ਤੇ ਕੋਈ 50 ਫੁੱਟ ਲੰਬਾਈ। ਠੀਕ ਹੋ ਗਿਆ। ਸਾਨੂੰ ਆਪਣੀ ਚੰਗੀਆਂ ਮੱਝਾਂ ਤੇ ਵਾਹ ਤੋਂ ਦੀ ਪਹਿਚਾਣ ਦੱਸੋ ਵੀ ਇਹ ਚੰਗੀ ਮੱਝ ਹੁੰਦੀ ਏ, ਤੇ ਨਾਲ ਇਹ ਵੀ ਦੱਸੋ ਕਿ ਚੰਗੀਆਂ ਮੱਝਾਂ ਲੱਭਦੀਆਂ ਕਿੱਥੋਂ ਨੇ? ਪਿੰਡਾਂ 'ਚੋਂ, ਡੇਰਿਆਂ 'ਚੋਂ ਜਾਂ ਉਹ ਬਾਹਰ ਦੇ ਇਲਾਕਿਆਂ 'ਚੋਂ? ਬਾਹਰ ਦੇ ਇਲਾਕੇ ਤੇ ਮਿਲਦੀ ਸਾਈਵਾਲ ਖਾਣਾ। ਅੱਛਾ। ਇਹ ਅੱਛੀ ਹੈ। ਕਿੰਨਾ ਦੁੱਧ ਜਿਹਦੇ ਕੋਲ? ਇਹਦੇ ਕੋਲ ਦੁੱਧ ਹੈ 13। ਇਹਦੀ ਕੀ ਪਛਾਣ ਹੈ ਕਿ ਅੱਛੀ ਹੈ? ਇਹਦਾ ਸਾਈਜ਼ ਦੇਖ ਲਓ। ਨਹੀਂ ਚੰਗੀ ਨਸਲ ਮੱਝ ਜਿਹੜੀ ਉਹਦੀ ਪਛਾਣ ਕੀ ਹੁੰਦੀ ਹੈ? ਸਿੰਗਾਂ ਵਗੈਰਾ ਦੇ ਪਿੱਛੇ ਪੁੱਠਾ ਵਗੈਰਾ ਜਿਹੜਾ ਉਹ ਦੱਸਦੇ ਨੇ? ਪੁੱਠਾ ਜ਼ਿਆਦਾ ਚੌੜਾ ਹੋਵੇ, ਵਾਨਾ ਸ਼ਾਨਾ ਪਿਛਾਣ ਹੋਵੇ ਤੇ। ਠੀਕ ਹੈ। ਕਿੰਨੇ ਦੀ ਹੈ ਮੱਝ ਲਈ ਤੁਸੀਂ? ਇਹ ਤਕਰੀਬਨ 2 ਲੱਖ ਦੀ। 2 ਲੱਖ ਦੀ? ਹਾਂਜੀ। ਠੀਕ ਹੋ ਗਿਆ। ਕਿੰਨੀ ਦੇਰ ਹੋਈ ਡਿਆਂ ਨੂੰ? ਇਹਨੂੰ ਇਹ ਹੋਣੀ ਸੋਈ ਹੈ ਕੋਈ 15 ਕੁ ਦਿਨ ਹੋ ਗਏ ਨੇ। ਕਿੰਨੇ ਸੂਏ ਸੂ ਗਈ ਜੀ? ਇਹ ਚੌਥੇ ਸੂਏ ਦੇ। ਹੋਰ ਕਿਹੜੀ ਮੱਝ ਚੰਗੀ ਜੋ ਫਸਲ ਨੂੰ? ਇਹ ਵੀ ਅੱਛੀ। ਕਿਤੋਂ ਲੈ ਕੇ ਆਇਆ ਸੋ? ਇਹ ਉਧਰੋਂ ਹੀ ਆਈਆਂ ਨੇ ਸਾਰੀਆਂ ਬੂਰਾ ਵਿਹਾੜੀ। ਇਹਨਾਂ ਨੂੰ ਹਿਲਾਉਂਦੇ ਨਹੀਂ ਤੁਸੀਂ? ਨਹਿਲਾਈ ਦਾ ਜਿਆ ਸਿਰਫ 2 ਦਿਨ ਬਦਲ ਰਿਹਾ ਤੇ ਨਹੀਂ। ਥਾਣੇ ਦੇ ਚਵੇ ਇੱਕੋ ਜਿੱਡੇ ਨੇ, ਆਦੀ ਖੂਬਸੂਰਤੀ ਦੀ ਪਹਿਚਾਣ ਹੈ। ਹਾਂਜੀ। ਨਸਲ ਕਿਹੜੀ ਜੇ? ਨਸਲ ਉਹ ਵੀ ਉਧਰ ਦੀ ਬਾਹਰ ਦੀ ਹੈ। ਅੱਛਾ। ਇਹ ਵੀ ਤਕਰੀਬਨ 12 ਕਿਲੋ ਦੇ ਰਹੀ ਹੈ ਦੁੱਧ। ਠੀਕ ਹੈ। ਅੱਗੇ ਆਓ। ਇਹ ਸੋਣ ਵਾਲੀ। ਇਹ ਸੋਣ ਵਾਲੀ ਹੈ। ਹਾਂਜੀ। ਠੀਕ ਹੈ। ਹੋਰ? ਇਹ ਵੀ ਸੂਈ ਹੈ। ਇਹ ਵੀ ਸੂਈ ਹੈ। ਠੀਕ ਹੈ। ਇਹ ਵੀ ਸੂਈਆਂ। ਸੂਈਆਂ ਨੇ ਸਾਰੀਆਂ? ਠੀਕ ਹੈ। ਹਾਂਜੀ। ਇਹ ਵੀ ਸੂਈ ਹੈ। ਠੀਕ ਹੈ। ਮਾਸ਼ਾਅੱਲਾ ਸਾਰੇ ਜਾਨਵਰ ਤਕਰੀਬਨ ਤੁਹਾਡੇ ਕੋਲ ਸੂਏ ਨੇ?
ਇਹ ਦੁੱਧ ਵੀ ਦਿੰਦੀ ਹੈ ਤੇ ਗੱਬਣੀ ਹੈ। ਫਿਰ ਗੱਬਨ ਵੀ ਦੁੱਧ ਵੀ ਦਿੰਦੀ ਜੇ। ਹਾਂਜੀ। ਤੇ ਕਿੰਨੇ ਮਹੀਨੇ ਦੀ ਗੱਬਨ ਜੇ? ਇਹ ਤਕਰੀਬਨ ਕੋਈ ਢਾਈਆਂ ਤਿੰਨਾਂ ਮਹੀਨੇ। ਠੀਕ ਹੋ। ਤਾਈਆਂ ਤੇ ਨਾਮ ਠੀਕ ਹੈ। ਅੱਛਾ, ਇੱਕ ਸਾਨੂੰ ਤਰੀਕਾ ਦੱਸਿਓ ਕਿ ਸਾਡੇ ਇੱਕ ਬੰਦੇ ਸਵਾਲ ਪੁੱਛਿਆ ਸੀ ਕਿ ਜਿਹੜੀ ਮੱਝ ਆਟਾ ਨਹੀਂ ਸੁੱਟਦੀ, ਹਾਂਜੀ। ਆਟਾ ਤੁਹਾਨੂੰ ਪਤਾ ਹੈ ਸਾਰੀ ਗੱਲ, ਆਟਾ ਨਹੀਂ ਸੁੱਟਦੀ, ਉਹਦਾ ਕੋਈ ਤਰੀਕਾ ਕਰ ਦੱਸ ਦਿਓ ਕਿ ਸੂਣ ਤੋਂ ਬਾਅਦ ਦੁੱਧ ਨਹੀਂ ਟੁੱਟਦੀ, ਕੋਈ ਵੀ ਆਟਾ ਨਹੀਂ ਸੁੱਟਦੀ, ਉਹ ਦੱਸੋ ਸਾਨੂੰ ਕੋਈ ਹੱਲ। ਇਹਦੀ ਲਿਮਟ ਹੁੰਦੀ ਹੈ 12 ਤੋਂ 15 ਦਿਨ। 12 ਤੋਂ 15 ਦਿਨ। ਠੀਕ ਹੋ ਗਿਆ। 12 ਦਿਨਾਂ ਤੋਂ ਬਾਅਦ ਸ਼ੁਰੂ ਹੁੰਦੀ ਹੈ ਤੇ ਠੀਕ ਹੈ। 15 ਦਿਨਾਂ ਤੱਕ ਇਹ ਸੁੱਟ ਚੱਲਦੀ ਹੈ। ਠੀਕ ਹੈ। ਉਸ ਟਾਈਮ ਕੋਈ ਗਲਕੰਦ ਠੀਕ ਹੈ। ਤੇ ਉਹਦੇ ਵਿੱਚ ਦੋ ਸ਼ੁੱਧ ਮਸਨ ਦਿਓ, ਡੰਗਰ ਛੇਤੀ ਠੀਕ ਹੋ ਗਿਆ। ਉਹ ਆਟਾ ਸੁੱਟ ਦਿੰਦਾ। ਹਾਂਜੀ। ਠੀਕ ਹੋ ਗਿਆ। ਇਹਦਾ ਕੋਈ ਨੁਕਸਾਨ ਤੇ ਨਹੀਂ ਹੈ ਆਟਾ ਅਗਰ ਅੰਦਰ ਆ ਜਾਣਾ ਜਾਨਵਰ ਦੇ? ਨਹੀਂ, ਉਹ ਦੁੱਧੋਂ ਨਹੀਂ ਵੱਧਦਾ। ਦੁੱਧ ਨਹੀਂ ਵੱਧਦਾ। ਮਤਲਬ ਗਲਕੰਦ ਦੇਣ ਤੇ ਕੋਈ ਗੁੜ ਜਵੈਣ ਦੇਣ ਤੇ ਫਿਰ ਡੰਗਰ ਜਿਹੜਾ ਉਹ ਸੁੰਦਾ ਹੀ ਉਦੋਂ ਮੈਂ ਜਦੋਂ ਸਮਝ ਆਟਾ ਸੁੱਟ ਲੈ। ਵਧੀਆ ਹੋ ਗਿਆ। ਇਹਦਾ ਹੱਲ ਹੈ ਕਿ ਗੁੜ ਤੇ ਜਵੈਣ ਤੇ ਗਲਕੰਦ ਹੈ, ਇਹ ਚੀਜ਼ਾਂ। ਹਾਂਜੀ। ਠੀਕ ਹੈ, ਦੁੱਧ ਇਸਤੇਮਾਲ ਕਰੋਗੇ। ਠੀਕ ਹੋ ਗਿਆ ਜੀ। ਸ਼ਾਦ ਭਾਈ ਹੋਣਗੇ। ਆਪਣਾ ਕੋਈ ਫੋਨ ਨੰਬਰ ਦੇ ਦਿਓ ਕਿਸੇ ਦੋਸਤ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਏ। ਫੋਨ ਨੰਬਰ 0340 0340 00 00 37 37 404। 404। ਅੱਛਾ, ਸਾਨੂੰ ਜਗ੍ਹਾ ਦੇ ਬਾਰੇ ਤੇ ਦੱਸ ਦਿਓ ਕਿ ਕਿੰਨੀ ਜਗ੍ਹਾ ਤੁਸੀਂ ਘੇਰੀ ਹੋਈ ਹੈ ਇਹਨਾਂ ਜਾਨਵਰਾਂ ਵਾਸਤੇ? ਤੇ 1 ਏਕੜ ਤੋਂ ਜ਼ਿਆਦਾ। 1 ਏਕੜ ਜ਼ਿਆਦਾ। ਤੇ ਖੁੱਲੀ ਕਿੰਨੀ ਜਗ੍ਹਾ 'ਚ ਬਣੀ ਹੈ ਵਾਲੀ? ਕਿੰਨੀ ਲੰਬਾਈ ਹੈ ਇਹਦੀ? ਇਹਦੀ ਲੰਬਾਈ ਤੇ 70 ਫੁੱਟ। 70 ਫੁੱਟ। ਜਿੰਨੇ ਵਕਫੇ ਦੇ ਜਾਨਵਰ ਬਚੇ ਨੇ, ਕਿਹਾ ਇਸ ਤੋਂ ਜ਼ਿਆਦਾ ਵਕਫਾ ਰੱਖ ਸਕਨੇ ਜਾਂ ਘੱਟ ਕਰ ਸਕਨੇ? ਕੋਈ ਇਹਦਾ ਨੁਕਸਾਨ ਤੇ ਨਹੀਂ ਕੋਈ ਵੀ? ਨਹੀਂ, ਨੁਕਸਾਨ ਕੋਈ ਨਹੀਂ। ਡੰਗਰ ਆਪੇ ਚ ਗਿੱਜੇ ਹੋਣ ਤੇ ਕੋਈ ਨੇੜੇ ਵੀ ਹੋ ਜਾਣ ਤੇ ਤਾਂ ਵੀ ਕੋਈ ਨਹੀਂ। ਠੀਕ ਹੋ ਗਿਆ। ਮਾਸ਼ਾਅੱਲਾ, ਤੁਹਾਡੇ ਜਾਨਵਰ ਬੜੇ ਖੂਬਸੂਰਤ ਨੇ ਤੇ ਇਹਨਾਂ ਦੀ ਖੂਬਸੂਰਤੀ ਦਾ ਕੋਈ ਰਾਜ਼? ਐ ਬਸ ਅੱਛਾ ਚਾਰਾ ਤੇ ਟਾਈਮ ਨਾਲ ਦਿਓ। बहुत शुक्रिया अंकल जी। अल्लाह हाफ़िज़।